ਹਾਏ ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਤੁਸੀਂ ਸਾਰੇ? ਸੋ ਕੱਲ ਤੁਹਾਡਾ ਸਮਾਜਿਕ ਵਿਗਿਆਨ ਦਾ ਪੇਪਰ ਹੈ 10ਵੀਂ ਵਾਲਿਆਂ ਦਾ। ਸੋ ਚਲੋ ਆਪਾਂ ਹਰ ਇੱਕ ਚੈਪਟਰ ਤੋਂ ਨਾ ਟੌਪ ਐਮਸੀਕਿਊਜ਼ ਪੁੱਛੇ ਜਾਣ ਵਾਲੇ ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨਸ ਹੈ ਨਾ ਉਹਨਾਂ ਨੂੰ ਰਿਵੀਜ਼ਨ ਕਰ ਲੈਂਦੇ ਕਿ ਕੱਲ ਤੁਹਾਡਾ ਬਹੁਤ ਹੀ ਵਧੀਆ ਪੇਪਰ ਪੈ ਜਾਵੇ। ਸੋ ਦੇਖੋ ਫਰਸਟ ਕੁਐਸਚਨ ਕੀ ਹੈ, ਖੇਤਰਫਲ ਦੇ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ? ਰੂਸ ਦੇਸ਼ ਹੈ, ਠੀਕ ਹੈ, ਰੂਸ। ਉਹ ਤੋਂ ਬਾਅਦ ਦੇਖੋ ਸੈਕੰਡ ਕੁਐਸਚਨ ਕੀ ਹੈ, ਛੱਤੀਸਗੜ੍ਹ ਦੀ ਰਾਜਧਾਨੀ ਕਿਹੜੀ ਹੈ? ਰਾਏਪੁਰ। ਉਹ ਤੋਂ ਬਾਅਦ ਥਰਡ ਕੁਐਸਚਨ ਦੇਖੋ ਬਹੁਤ ਹੀ ਇੰਪੋਰਟੈਂਟ ਆ ਕਿ ਕਰਕ ਰੇਖਾ ਭਾਰਤ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਦੀ ਹੈ? ਉੱਤਰੀ ਅਤੇ ਦੱਖਣੀ, ਠੀਕ ਹੈ। ਤੁਹਾਨੂੰ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਭਾਰਤ ਨੂੰ ਦੋ ਭਾਗਾਂ ਵਿੱਚ ਵੰਡਣ ਵਾਲੀ ਰੇਖਾ ਕਿਹੜੀ ਹੈ? ਕਰਕ ਰੇਖਾ। ਓਕੇ, ਸੋ ਫੋਰਥ ਕੁਐਸਚਨ ਦੇਖੋ, ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਛੋਟਾ ਰਾਜ ਕਿਹੜਾ ਹੈ? ਸਿੱਕਮ ਹੈ। ਫਿਫਥ ਕੁਐਸਚਨ ਹੈ, ਭਾਰਤ ਦਾ ਆਧੁਨਿਕ ਨਾਂ ਇੰਡੀਆ ਕਿਹੜੀ ਧਾਰਨਾ ਤੇ ਆਧਾਰਿਤ ਹੈ? ਭਾਰਤ ਦਾ ਆਧੁਨਿਕ ਨਾਂ ਸਿੰਧੂ ਨਦੀ ਦੇ ਨਾਂ ਤੇ ਪਿਆ, ਠੀਕ ਹੈ। ਉਸ ਤੋਂ ਬਾਅਦ ਦੇਖੋ ਸਿਕਸਥ ਕੁਐਸਚਨ ਕੀ ਆ, ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ? ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ? ਭਾਰਤ ਏਸ਼ੀਆਈ ਮਹਾਦੀਪ ਦੇ ਦੱਖਣ ਵਿੱਚ ਸਥਿਤ ਇੱਕ ਵਿਸ਼ਾਲ ਦੇਸ਼ ਹੈ। ਯਾਦ ਰੱਖਿਓ, ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ? ਭਾਰਤ ਏਸ਼ੀਆਈ ਮਹਾਦੀਪ ਦੇ ਦੱਖਣ ਵਿੱਚ ਸਥਿਤ ਹੈ। ਓਕੇ, ਸੈਵਨਥ ਕੁਐਸਚਨ ਹੈਗਾ, ਹਿੰਦ ਮਹਾਸਾਗਰ ਵਿੱਚ ਭਾਰਤ ਦੀ ਕੀ ਸਥਿਤੀ ਹੈ? ਕੇਂਦਰੀ ਸਥਿਤੀ। ਆਪਾਂ ਹਿੰਦ ਮਹਾਸਾਗਰ ਦੇ ਸੈਂਟਰ ਵਿੱਚ ਹਾਂ। ਓਕੇ, ਭਾਰਤ ਦਾ ਖੇਤਰਫਲ ਕਿੰਨਾ ਹੈ? ਭਾਰਤ ਦਾ ਖੇਤਰਫਲ ਤੁਹਾਨੂੰ ਪਤਾ ਹੈ ਕਿ 82,87,263 ਵਰਗ ਕਿਲੋਮੀਟਰ ਹੈ। ਸੋ ਨਾਈਨਥ ਕੁਐਸਚਨ ਦੇਖੋ, ਭਾਰਤ ਦੀ ਥਲਵਰਤੀ ਅਤੇ ਤਟਵਰਤੀ ਸੀਮਾਵਾਂ ਕਿੰਨੀਆਂ ਲੰਬੀਆਂ ਹਨ? ਸੋ ਉੱਤਰ ਦੇਖੋ, ਭਾਰਤ ਦੀ ਜਿਹੜੀ ਥਲਵਰਤੀ ਸੀਮਾ ਹੈ ਨਾ ਉਹ 15,200 ਕਿਲੋਮੀਟਰ ਹੈ, ਠੀਕ ਹੈ। ਐਂਡ ਜਿਹੜੀ ਆਪਣੀ ਹੈਗੀ ਆ ਤਟਵਰਤੀ ਸੀਮਾ ਉਹ ਹੈਗੀ ਆ 6,083 ਕਿਲੋਮੀਟਰ। ਓਕੇ, ਉਸ ਤੋਂ ਬਾਅਦ ਦੇਖੋ 10ਵਾਂ ਕੁਐਸਚਨ ਹੈਗਾ, ਖੇਤਰਫਲ ਪੱਖੋਂ ਭਾਰਤ ਦਾ ਸੰਸਾਰ ਵਿੱਚ ਕੀ ਸਥਾਨ ਹੈ? ਖੇਤਰਫਲ ਦੇ ਪੱਖੋਂ ਯਾਦ ਰੱਖਿਓ ਭਾਰਤ ਦਾ ਸੰਸਾਰ ਵਿੱਚ 7ਵਾਂ ਸਥਾਨ ਹੈ। ਆਪਾਂ 7ਵਾਂ ਮਤਲਬ ਕਿ 7ਵੇਂ ਨੰਬਰ 'ਤੇ ਹਾਂ ਵੱਡੇ ਦੇਸ਼ਾਂ ਵਿੱਚੋਂ, ਠੀਕ ਹੈ, ਖੇਤਰਫਲ ਦੇ ਪੱਖੋਂ। 11ਵਾਂ ਪ੍ਰਸ਼ਨ ਹੈਗਾ, ਸਾਡੇ ਅਜੋਕੇ ਪੰਜਾਬ ਦਾ ਜਨਮ ਕਦੋਂ ਹੋਇਆ? ਅਜੋਕੇ ਪੰਜਾਬ ਦਾ ਜਨਮ ਆਪਣਾ ਹੋਇਆ ਸੀ 1 ਨਵੰਬਰ 1966 ਨੂੰ, ਠੀਕ ਹੈ, ਕਿਉਂਕਿ 1966 ਨੂੰ ਕੀ ਹੋਇਆ ਸੀ, 1 ਨਵੰਬਰ 1966 ਨੂੰ ਸਾਡੇ ਪੰਜਾਬ ਵਿੱਚੋਂ ਹਰਿਆਣਾ ਅਤੇ ਹਿਮਾਚਲ ਅਲੱਗ ਹੋ ਗਏ ਸੀ। ਓਕੇ, ਐਂਡ 12ਵਾਂ ਕੁਐਸਚਨ ਦੇਖੋ, ਭਾਰਤ ਵਿੱਚ ਖੇਤਰਫਲ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਅਤੇ ਸਭ ਤੋਂ ਛੋਟੇ ਰਾਜਾਂ ਦੇ ਨਾਂ ਲਿਖੋ, ਠੀਕ ਹੈ। ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਰਾਜ ਕਿਹੜਾ ਹੈ ਆਪਣਾ? ਖੇਤਰਫਲ ਦੇ ਪੱਖੋਂ, ਖੇਤਰਫਲ ਅਤੇ ਜਨਸੰਖਿਆ ਦੋਨੋਂ ਦੇ ਬੇਸ ਤੇ ਆਪਾਂ ਦੱਸਣਾ ਹੈ। ਸੋ ਖੇਤਰਫਲ ਦੇ ਪੱਖੋਂ ਤੁਹਾਨੂੰ ਪਤਾ ਰਾਜਸਥਾਨ ਸਭ ਤੋਂ ਵੱਡਾ ਹੈ ਅਤੇ ਸਭ ਤੋਂ ਛੋਟਾ ਰਾਜ ਕਿਹੜਾ ਹੈ? ਗੋਆ ਹੈ। ਉਹ ਤੋਂ ਬਾਅਦ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਜਿਹੜਾ ਰਾਜ ਹੈ ਉੱਤਰ ਪ੍ਰਦੇਸ਼ ਹੈ, ਕਿਉਂਕਿ ਉੱਥੇ ਸਭ ਤੋਂ ਜ਼ਿਆਦਾ ਜਨਸੰਖਿਆ ਹੈ। ਅਤੇ ਸਭ ਤੋਂ ਛੋਟਾ ਰਾਜ ਕਿਹੜਾ ਹੈ? ਸਿੱਕਿਮ ਹੈ। ਯਾਦ ਰੱਖਿਓ, ਹੁਣੀ ਆਪਾਂ ਕਰਕੇ ਹਟੀ ਸੀ ਪਹਿਲਾਂ ਵੀ। ਸੋ 13ਵਾਂ ਪ੍ਰਸ਼ਨ ਕੀ ਆ, ਭਾਰਤ ਦੇ ਉੱਤਰ ਦੱਖਣੀ ਤੇ ਪੂਰਬ ਪੱਛਮੀ ਸੀਮਾਵਾਂ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ? ਕਿੰਨੀ ਲੰਬਾਈ ਹੈ? ਤੁਹਾਨੂੰ ਪਤਾ ਹੈ ਕਿ ਉੱਤਰ ਦੱਖਣੀ ਸੀਮਾਵਾਂ 3214 ਕਿਲੋਮੀਟਰ ਅਤੇ ਪੂਰਬ ਪੱਛਮੀ ਸੀਮਾਵਾਂ ਕਿੰਨੀ ਹੈ? 2933 ਕਿਲੋਮੀਟਰ ਹੈ, ਠੀਕ ਹੈ। ਸੋ 14ਵਾਂ ਪ੍ਰਸ਼ਨ ਕੀ ਹੈ, ਦੇਖੋ ਅੱਜ ਦੇ ਭੂਗੋਲਿਕ ਦੀ ਪ੍ਰਬੰਧਕੀ ਵੰਡ ਕੀ ਹੈ? ਠੀਕ ਹੈ, ਸੋ ਸਾਡੇ ਜਿਹੜੇ ਹੈਗੇ ਆ ਭਾਰਤ, ਇਹਦਾ ਹੈਗੇ ਆ 29 ਰਾਜ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਠੀਕ ਹੈ। ਉਸ ਤੋਂ ਬਾਅਦ ਦੇਖੋ 15ਵਾਂ ਪ੍ਰਸ਼ਨ ਕੀ ਹੈ, ਭਾਰਤ ਦੀ ਸਮੁੰਦਰੀ ਸੈਨਾ ਦੇ ਸ਼ਕਤੀਸ਼ਾਲੀ ਹੋਣ ਦੇ ਕੀ ਪ੍ਰਮਾਣ ਹਨ? ਠੀਕ ਹੈ, ਸੋ ਆਨਸਰ ਹੈਗਾ ਕਿ ਭਾਰਤ ਦੀ ਸਮੁੰਦਰੀ ਸੈਨਾ 20ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਸ਼੍ਰੀਲੰਕਾ ਵਿੱਚ ਫੈਲੇ ਆਤੰਕਵਾਦ ਨੂੰ ਦਬਾਉਣ ਵਿੱਚ ਗੌਰਵ ਪ੍ਰਾਪਤ ਕੀਤਾ। ਸੋ ਸ਼੍ਰੀਲੰਕਾ ਵਿੱਚ ਜਿਹੜੇ ਆਤੰਕਵਾਦੀ ਫੈਲੇ ਸੀਗੇ ਨਾ ਉਹਨਾਂ ਨੂੰ ਦਬਾ ਦਿੱਤਾ ਗਿਆ ਹੈ, ਠੀਕ ਹੈ। ਇਹ ਬਹੁਤ ਹੀ ਗੌਰਵ ਵਾਲੀ ਮਾਣ ਵਾਲੀ ਗੱਲ ਹੈ ਸਾਡੇ ਲਈ। ਓਕੇ, ਸੋ ਦੇਖੋ 16ਵਾਂ ਪ੍ਰਸ਼ਨ ਕੀ ਆ, ਦੇਸ਼ ਵਿੱਚ ਕਿੰਨੀਆਂ ਰਾਸ਼ਟਰੀ ਮਾਨਤਾਵਾਂ ਪ੍ਰਾਪਤ ਭਾਸ਼ਾਵਾਂ ਹਨ? ਤੁਹਾਨੂੰ ਪਤਾ ਹੈ ਕਿ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਐਂਡ 121 ਤੋਂ ਵੀ ਜ਼ਿਆਦਾ ਮਤਲਬ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹੈ, ਠੀਕ ਹੈ। ਉਸ ਤੋਂ ਬਾਅਦ 17ਵਾਂ ਪ੍ਰਸ਼ਨ ਹੈਗਾ, ਭਾਰਤ ਕਿਸ ਮਹਾਦੀਪ ਵਿੱਚ ਸਥਿਤ ਹੈ? ਤੁਹਾਨੂੰ ਪਤਾ ਭਾਰਤ ਏਸ਼ੀਆ ਮਹਾਦੀਪ ਵਿੱਚ ਸਥਿਤ ਹੈ ਨਾ। ਸੋ ਦੇਖੋ ਨੈਕਸਟ ਚੈਪਟਰ ਹੈ ਆਪਣਾ ਧਰਾਤਲ। ਆਪਣਾ ਧਰਾਤਲ ਕਿੱਦਾਂ ਦਾ ਹੈ? ਸੋ ਦੇਖੋ ਫਰਸਟ ਕੁਐਸਚਨ ਕੀ ਹੈ ਕਿ ਅੰਡੇਮਾਨ ਦੀਪ ਗਰੁੱਪ ਦੇ ਕਿੰਨੇ ਦੀਪ ਹਨ? 120 ਦੀਪ ਹੈ। ਓਕੇ, ਅੰਡੇਮਾਨ ਗਰੁੱਪ ਦੀ 120 ਦੀਪ ਹੈ। ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈ, ਗੰਗਾ ਮੈਦਾਨ ਦੀ ਢਲਾਨ ਕਿਸ ਦਿਸ਼ਾ ਵੱਲ ਹੈ? ਗੰਗਾ ਮੈਦਾਨ ਦੀ ਢਲਾਨ ਪੂਰਬ ਦਿਸ਼ਾ ਵੱਲ ਹੈ। ਤੀਸਰਾ ਪ੍ਰਸ਼ਨ ਹੈ, ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਕਿਸ ਵਰਗਾ ਹੈ? ਉੱਤਲ ਚਾਪ ਵਰਗਾ ਹੈ। ਓਕੇ, ਫੋਰਥ ਕੁਐਸਚਨ ਹੈਗਾ, ਬ੍ਰਹਮਪੁੱਤਰ ਮੈਦਾਨ ਦਾ ਆਕਾਰ ਕਿੰਨੇ ਕਿਲੋਮੀਟਰ ਲੰਬਾ ਹੈ? ਉੱਤਰ ਇਜ਼ ਕਿ ਬ੍ਰਹਮਪੁੱਤਰ ਮੈਦਾਨ ਦਾ ਆਕਾਰ 640 ਕਿਲੋਮੀਟਰ ਲੰਬਾ ਹੈ। ਡੈਲਟਾ ਕੀ ਹੁੰਦਾ ਹੈ? ਯਾਦ ਰੱਖਿਓ, ਤੁਹਾਨੂੰ ਕੁਐਸਚਨ ਆਉਂਦਾ ਹੁੰਦਾ ਕਿ ਡੈਲਟਾ ਕੀ ਹੁੰਦਾ ਹੈ।
ਸੋ ਨਦੀ ਦੇ ਹੇਠਲੇ ਭਾਗ ਵਿੱਚ ਬਣੇ ਥਲ ਨੂੰ ਅਸੀਂ ਡੈਲਟਾ ਕਹਿੰਦੇ ਹਾਂ। ਯਾਦ ਰੱਖਿਓ, ਤੁਹਾਨੂੰ ਐਮਸੀਕਿਊਜ਼ ਇਹੀ ਪੁੱਛਣਾ ਹੈ ਕਿ ਉੱਥੇ ਲਿਖਿਆ ਹੋਣਾ ਨਦੀ ਦੇ ਹੇਠਲੇ ਪਾਸੇ ਬਣੇ ਥਲ ਕਿ ਨਦੀ ਦੇ ਉੱਪਰਲੇ ਪਾਸੇ, ਨਦੀ ਦੇ ਕਿਨਾਰੇ ਵਿੱਚ ਬਣੇ, ਕਿਹੜੇ ਭਾਗ ਨੂੰ ਆਪਾਂ ਡੈਲਟਾ ਕਹਿੰਦੇ ਹਾਂ? ਨਦੀ ਦੇ ਹੇਠਲੇ ਭਾਗ ਵਿੱਚ ਬਣੇ ਥਲ ਨੂੰ ਡੈਲਟਾ ਕਿਹਾ ਜਾਂਦਾ ਹੈ। ਓਕੇ, ਸੋ ਛੇਵਾਂ ਪ੍ਰਸ਼ਨ ਦੇਖੋ ਕੀ ਆ, ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਦੇ ਨਾਂ ਲਿਖੋ। ਦੂਨ ਘਾਟੀਆਂ ਕਿਹੜੇ ਕਿਹੜੇ ਆ? ਦੇਹਰਾਦੂਨ ਹੈ, ਪਤਲੀ ਦੂਨ ਹੈ, ਕੋਥਰੀ ਦੂਨ ਹੈ, ਉਹ ਤੋਂ ਬਾਅਦ ਉਦਮਪੁਰੀ ਦੂਨ ਹੈ, ਉਦਮਪੁਰ ਦੂਨ ਹੈ ਐਂਡ ਕੋਟਲੀ ਦੂਨ ਹੈ। ਠੀਕ ਹੈ, ਸੋ ਸਾਡੇ 5 ਮੇਨ ਦੂਨ ਘਾਟੀਆਂ ਆ। ਉਹ ਤੋਂ ਬਾਅਦ ਦੇਖੋ ਸੱਤਵਾਂ ਪ੍ਰਸ਼ਨ ਕੀ ਆ, ਭਾਰਤ ਵਿੱਚ ਦੜਾਰ ਘਾਟੀਆਂ ਕਿੱਥੇ ਸਥਿਤ ਹੈ? ਭਾਰਤ ਵਿੱਚ ਦੜਾਰ ਘਾਟੀਆਂ ਕਿੱਥੇ ਹੈ? ਪ੍ਰਾਇਦੀਪੀ ਪਠਾਰ ਵਿੱਚ ਸਥਿਤ ਹੈ। ਪ੍ਰਾਇਦੀਪੀ ਪਠਾਰ ਵਿੱਚ ਸਾਡੀ ਦਰਾਰ ਘਾਟੀਆਂ ਆ। ਉਹ ਤੋਂ ਬਾਅਦ 8ਵਾਂ ਪ੍ਰਸ਼ਨ ਦੇਖੋ, ਦੇਸ਼ ਦੇ ਮੁੱਖ ਡੈਲਟਾਈ ਖੇਤਰਾਂ ਦੇ ਨਾਂ ਲਿਖੋ। ਦੇਸ਼ ਦੇ ਮੁੱਖ ਡੈਲਟਾਈ ਖੇਤਰ ਇੱਕ ਦੋ ਯਾਦ, ਮਤਲਬ ਕਿ ਯਾਦ ਹੋਣਾ ਚਾਹੀਦਾ ਤੁਹਾਨੂੰ ਕਿਹੜੇ ਕਿਹੜੇ, ਮਤਲਬ ਇਹਨਾਂ ਵਿੱਚ ਕੋਈ ਵੀ ਪੁੱਛਿਆ ਜਾ ਸਕਦਾ ਐਮਸੀਕਿਊਜ਼ ਵਿੱਚ। ਜਾ ਕੇ ਦੇਖੋ ਕਿਹੜੇ ਕਿਹੜੇ ਆ। ਗੰਗਾ ਬ੍ਰਹਮਪੁੱਤਰ ਡੈਲਟਾ ਖੇਤਰ, ਇਹ ਸਭ ਤੋਂ ਵੱਡਾ ਡੈਲਟਾ ਖੇਤਰ ਹੈ, ਯਾਦ ਰੱਖਿਓ। ਠੀਕ ਹੈ, ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਉਹ ਤੋਂ ਬਾਅਦ ਦੇਖੋ ਗੋਦਾਵਰੀ ਨਦੀ ਦਾ ਡੈਲਟਾ ਖੇਤਰ ਹੈ, ਕਾਵੇਰੀ ਨਦੀ ਦਾ ਡੈਲਟਾ ਖੇਤਰ ਹੈ, ਕ੍ਰਿਸ਼ਨਾ ਨਦੀ ਦਾ ਡੈਲਟਾ ਖੇਤਰ ਹੈ ਐਂਡ ਮਹਾਦੀਪ ਡੈਲਟਾ ਖੇਤਰ ਹੈ। ਉਹ ਤੋਂ ਬਾਅਦ 9ਵਾਂ ਪ੍ਰਸ਼ਨ ਕੀ ਆ, ਹਿਮਾਲਿਆ ਪਰਬਤ ਵਿੱਚ ਕਿਹੜੇ ਦਰੇ ਜਾਂ ਰਸਤੇ ਮਿਲਦੇ ਹਨ? ਕਿਹੜੇ ਆ? ਇਹਨਾਂ ਵਿੱਚੋਂ ਕੋਈ ਇੱਕ ਤੁਹਾਨੂੰ ਐਮਸੀਕਿਊਜ਼ ਵਿੱਚ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਸੋ ਬੁਰਜ਼ਿਲ ਹੈ, ਕੁਜ਼ਿਲਾ ਹੈ, ਨਾ ਲਾਨਕ ਹੈ, ਨਾ ਲਾ ਹੈ, ਸ਼ਿਪਕੀਲਾ ਹੈ, ਨਥੂਲਾ ਹੈ ਅਤੇ ਤਕਲਾ ਕੋਟ ਹੈ। ਓਕੇ, 10ਵਾਂ ਪ੍ਰਸ਼ਨ ਦੇਖੋ, ਛੋਟੇ ਹਿਮਾਲय ਦੀਆਂ ਮੁੱਖ ਪਰਬਤ ਸ਼੍ਰੇਣੀਆਂ ਦੇ ਨਾਂ ਲਿਖੋ। ਕਿਹੜੇ ਉਹਨਾਂ ਵਿੱਚੋਂ ਮੁੱਖ ਪਰਬਤ ਸ਼੍ਰੇਣੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਇਹਨਾਂ ਵਿੱਚੋਂ ਕਿਹੜਾ ਮੁੱਖ ਪਰਬਤ ਸ਼੍ਰੇਣੀ ਵਿੱਚ ਆਉਂਦਾ ਹੈ? ਸੋ ਦੇਖੋ ਕਿਹੜਾ ਆ, ਫਸਟ ਹੈਗਾ ਕਸ਼ਮੀਰ ਵਿੱਚ ਪੀਰ ਪੰਜਾਲ, ਨਾਗਾ ਟਿੱਬਾ। ਉਹ ਤੋਂ ਬਾਅਦ ਹੈ ਹਿਮਾਲਿਆ ਵਿੱਚ ਧੌਲਤਾਰ ਤੇ ਕਮਾਊ, ਨੇਪਾਲ ਵਿੱਚ ਮਹਾਭਾਰਤ। ਠੀਕ ਹੈ, ਭੂਟਾਨ ਵਿੱਚ ਸਿੰਧੂ। ਓਕੇ, ਉਹ 11ਵਾਂ ਪ੍ਰਸ਼ਨ ਦੇਖੋ, ਛੋਟੇ ਹਿਮਾਲਿਆ ਵਿੱਚ ਕਿਹੜੀਆਂ ਸਿਹਤਵਰਧਕ ਘਾਟੀਆਂ ਦੇ ਸਥਾਨ ਮਿਲਦੇ ਹਨ? ਕਿਹੜੀਆਂ ਘਾਟੀਆਂ? ਸ਼ਿਮਲਾ ਹੈ, ਸ਼੍ਰੀਨਗਰ ਹੈ, ਮਸੂਰੀ ਹੈ, ਨੈਨੀਤਾਲ ਹੈ, ਦਾਰਜਲਿੰਗ ਹੈ ਐਂਡ ਚਕਰਾਤਾ ਹੈ। ਉਹ ਤੋਂ ਬਾਅਦ ਦੇਖੋ 12ਵਾਂ ਪ੍ਰਸ਼ਨ, ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਕੀ ਹੈ? ਉੱਤਲ ਚਾਪ ਵਰਗਾ, ਤੁਹਾਨੂੰ ਪਤਾ ਹੈ। ਠੀਕ ਹੈ, ਆਪਾਂ ਪਹਿਲਾਂ ਵੀ ਆਇਆ ਸੀ ਪ੍ਰਸ਼ਨ ਕਿ ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਕੀ ਹੈ? ਉੱਤਲ ਚਾਪ ਵਰਗਾ। 13ਵਾਂ ਪ੍ਰਸ਼ਨ ਦੇਖੋ ਕੀ ਆ, ਦੇਸ਼ ਦਾ ਦੱਖਣੀ ਸੀਮਾ ਕਿੱਥੇ ਸਥਿਤ ਹੈ? ਸੋ ਦੇਸ਼ ਦਾ ਦੱਖਣੀ ਸੀਮਾ ਕਿੱਥੇ ਸਥਿਤ ਹੈ? ਇਹ ਬਿੰਦੂ ਗ੍ਰੇਟ ਨਿਕੋਬਾਰ ਦੇ ਇੰਦਰਾ ਪੁਆਇੰਟ ਉੱਤੇ ਸਥਿਤ ਹੈ। ਕਿੱਥੇ ਹੈ? ਬਿੰਦੂ ਗ੍ਰੇਟ ਨਿਕੋਬਾਰ ਦੇ ਇੰਦਰਾ ਪੁਆਇੰਟ ਉੱਤੇ ਸਥਿਤ ਹੈ। ਓਕੇ, ਸੋ ਵੈਲ ਡਨ। ਸੋ 14ਵਾਂ ਪ੍ਰਸ਼ਨ ਦੇਖੋ ਕੀ ਹੈ, ਬ੍ਰਹਮਪੁੱਤਰ ਮੈਦਾਨ ਦਾ ਆਕਾਰ ਕੀ ਹੈ? ਵੈਰੀ ਇੰਪੋਰਟੈਂਟ, ਬ੍ਰਹਮਪੁੱਤਰ ਮੈਦਾਨ ਦਾ ਆਕਾਰ 640 ਕਿਲੋਮੀਟਰ ਲੰਬਾ ਅਤੇ 90 ਤੋਂ 16 ਕਿਲੋਮੀਟਰ ਤੱਕ ਚੌੜਾ ਹੈ। ਠੀਕ ਹੈ, 15ਵਾਂ ਪ੍ਰਸ਼ਨ ਹੈ ਕਿ ਟਰਾਂਸ ਹਿਮਾਲਿਆ ਦੀਆਂ ਚੋਟੀਆਂ ਦੇ ਨਾਂ ਦੱਸੋ। ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਹੈ ਮਾਊਂਟ ਕੇ, ਗੋਂਡਵੀਨ, ਆਸਟੀਨ, ਹਿਡਨ ਪੀਕ ਆਦਿ। 16ਵਾਂ ਪ੍ਰਸ਼ਨ ਹੈਗਾ, ਦੇਸ਼ ਦੇ ਤੱਟਾਂ ਤੇ ਕਿਹੜੇ ਕਿਹੜੇ ਦੀਪ ਮਿਲਦੇ ਹਨ? ਕਿਹੜੇ ਕਿਹੜੇ ਹੈ? ਸ਼ਾਰਟ, ਐਲੀਫੈਂਟਾ ਦੀਪ ਐਂਡ ਦੀਪ ਆਦਿ ਦੀਆਂ ਮਿਲਦੇ ਹਨ। ਠੀਕ ਹੈ, ਸੋ 17ਵਾਂ ਪ੍ਰਸ਼ਨ ਹੈਗਾ, ਉੱਤਰ ਪੂਰਬੀ ਤੱਟਵਰਤੀ ਮੈਦਾਨ ਤੇ ਦੇ ਉਪ ਭਾਗ ਕਿਹੜੇ ਹਨ? ਠੀਕ ਹੈ, ਉੱਤਰ ਪੂਰਬੀ ਤੱਟਵਰਤੀ ਮੈਦਾਨ ਦੇ ਉਪ ਭਾਗ ਦੇਖੋ ਉੜੀਸਾ ਦੇ ਮੈਦਾਨ ਹੈ, ਉੱਤਰੀ ਸਰਕਾਰ ਹੈ। ਓਕੇ, ਸੋ 18ਵਾਂ ਪ੍ਰਸ਼ਨ ਹੈ, ਭਾਰਤ ਦੇ ਜੁਆਨ ਅਤੇ ਪ੍ਰਾਚੀਨ ਪਹਾੜਾਂ ਦੇ ਨਾਂ ਦੱਸੋ। ਉੱਤਰ ਹੈਗਾ ਭਾਰਤ ਦੇ ਜੁਆਨ ਪਰਬਤ ਹਿਮਾਲਿਆ ਪਰਬਤ ਅਤੇ ਪ੍ਰਾਚੀਨ ਪਰਬਤ ਕੀ ਹੈ? ਅਰਾਵਲੀ ਅਤੇ ਵਿੰਧੀ ਹਿਮਾਚਲ ਪਰਬਤ ਹੈ, ਜਿਹੜੇ ਕਿ ਆਪਣੇ ਰਾਸ਼ਟਰੀ ਗਾਨ ਵਿੱਚ ਪਾਏ ਜਾਂਦੇ ਆ, ਹਨਾ। ਸੋ 19ਵਾਂ ਪ੍ਰਸ਼ਨ ਦੇਖੋ, ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖਾਵਾਂ ਦੇ ਨਾਂ ਲਿਖੋ। ਸੋ ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖਾਵਾਂ ਹੈਗੀਆਂ ਪਟਕਾਈ, ਬੰਬ, ਗਾਰੋ, ਖਾਸੀ, ਜੈਂਤਈ, ਜੈਤੀਆਂ ਅਤੇ ਤ੍ਰਿਪੁਰ ਦੀਆਂ ਪਹਾੜੀਆਂ। 20ਵਾਂ ਪ੍ਰਸ਼ਨ ਹੈਗਾ, ਅਰਾਵਲੀ ਪਰਬਤ ਸ਼੍ਰੇਣੀ ਦਾ ਵਿਸਥਾਰ ਕੀ ਹੈ? ਇਸ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਲਿਖੋ। ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਇਸ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ, ਮਤਲਬ ਕਿ ਉਸਦਾ ਨਾਮ ਕਿੰਨਾ ਕੀ ਹੈ ਉਹਦਾ। ਸੋ ਇਸ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਹੈ ਗੁਰੂ ਸਿਖਰ ਹੈ। ਠੀਕ ਹੈ, ਇਸ ਦੀ ਲੰਬਾਈ ਹੈ 725 ਕਿਲੋਮੀਟਰ। ਓਕੇ, ਸੋ ਇਹ ਜਿਹੜੀ ਪਰਬਤ ਹੈ ਨਾ ਅਰਾਵਲੀ ਪਰਬਤ ਦਿੱਲੀ ਤੋਂ ਲੈ ਕੇ ਗੁਜਰਾਤ ਤੱਕ ਫੈਲੀ ਹੋਈ ਹੈ। ਵਾਓ, ਹੈ ਨਾ ਅਮੇਜ਼ਿੰਗ ਹੈ ਨਾ, ਬਹੁਤ ਹੀ। ਸੋ 13ਵਾਂ ਚੈਪਟਰ ਆਪਣਾ ਦੇਖੋ ਜਲਵਾਯੂ, ਹੈ ਨਾ। ਹਰੇਕ ਚੈਪਟਰ ਦੇ ਆਪਣੇ ਆਪਣੇ ਰੰਗ ਹੈ, ਆਪਣੇ ਆਪਣੇ ਟੇਸਟ ਹੈ। ਸੋ ਤੁਹਾਨੂੰ ਨੌਲੇਜੇਬਲ ਗੱਲ ਹੀ ਇਹਦੇ ਵਿੱਚੋਂ ਸਿੱਖਣ ਨੂੰ ਮਿਲਦੀ ਹੈ ਆਪਣੇ ਇੰਡੀਆ ਬਾਰੇ, ਆਪਣੇ ਦੇਸ਼ ਬਾਰੇ। ਠੀਕ ਹੈ, ਸੋ ਲੱਗੇ ਰਹੋ,
ਛੇਤੀ ਛੇਤੀ ਤੁਸੀਂ ਬਹੁਤ ਈਜ਼ੀਲੀ ਕਰ ਲੂੰਗੇ ਹਨਾ। ਸੋ ਦੇਖੋ ਫਸਟ ਕੁਐਸਚਨ ਕੀ ਆ, ਭਾਰਤ ਦੇ ਪੱਛਮੀ ਤੱਟ ਤੇ ਕਿੰਨੀ ਵਰਖਾ ਹੁੰਦੀ ਹੈ। ਭਾਰਤ ਦੀ ਜਿਹੜੀ ਪੱਛਮੀ ਤੱਟ ਹੈ ਨਾ 250 ਸੈਂਟੀਮੀਟਰ ਤੱਕ ਵਰਖਾ ਹੋ ਜਾਂਦੀ ਹੈ ਉੱਥੇ। ਠੀਕ ਹੈ, ਭਾਰਤ ਦੀ ਖੇਤੀਬਾੜੀ ਕਿਸ ਉੱਪਰ ਨਿਰਭਰ ਕਰਦਾ ਹੈ, ਮੌਨਸੂਨ ਤੇ। ਠੀਕ ਹੈ, ਉਹ ਤੋਂ ਬਾਅਦ ਭਾਰਤ ਦਾ ਸਭ ਤੋਂ ਖੁਸ਼ਕ ਅਤੇ ਸਿਲਾ ਇਲਾਕਾ ਕਿਹੜਾ ਹੈ, ਦੇਖੋ ਕਿਹੜਾ ਹੈ ਸਭ ਤੋਂ ਇਲਾਕਾ, ਜੋਧਪੁਰ ਅਤੇ ਸਿਲਾ ਇਲਾਕਾ ਹੈ ਮੁੰਬਈ। ਸਭ ਤੋਂ ਖੁਸ਼ਕ ਇਲਾਕਾ ਹੈਗਾ ਜੋਧਪੁਰ, ਠੀਕ ਹੈ, ਐਂਡ ਸਿਲਾ ਇਲਾਕਾ ਹੈਗਾ ਮੁੰਬਈ। ਠੀਕ ਹੈ, ਜੋਧਪੁਰ ਮੇ ਵੀ ਸਾਡਾ ਹੈਗਾ ਆ ਕਿੱਥੇ ਮਾਰੂਥਲ ਯਾਰ ਮੈਂ ਗੁਜਰਾਤ ਨਹੀਂ, ਰਾਜਸਥਾਨ ਵਿੱਚ ਮੇ ਵੀ ਹੈ ਨਾ। ਸੋ ਚੌਥਾ ਪ੍ਰਸ਼ਨ ਦੇਖੋ, ਮੌਸਮ ਵਿੱਚ ਤਬਦੀਲੀ ਹੋਣ ਕਾਰਨ ਕੌਣ ਆਪਣੀ ਦਿਸ਼ਾ ਬਦਲ ਲੈਂਦੀ ਹੈ, ਮਾਨਸੂਨ ਹਵਾਵਾਂ। ਠੀਕ ਹੈ, ਮੋਸਟ ਇੰਪੋਰਟੈਂਟ ਕੁਐਸਚਨ ਦੇਖੋ ਪੰਜਵਾਂ, ਜੈਟ ਸਟਰੀਮ ਕਿਸ ਨੂੰ ਕਹਿੰਦੇ ਹਨ। ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਜੈਟ ਸਟਰੀਮ ਕੀ ਹੁੰਦਾ ਹੈ। ਸੋ ਜੈਟ ਸਟਰੀਮ ਦੇਖੋ ਧਰਾਤਲ ਤੋਂ 3 ਕਿਲੋਮੀਟਰ ਦੀ ਉਚਾਈ, ਉਹ ਠੀਕ ਆ, ਕੀ ਹੈ, ਧਰਾਤਲ ਤੋਂ 3 ਕਿਲੋਮੀਟਰ ਦੀ ਉਚਾਈ ਤੇ ਵਗਣ ਵਾਲੀਆਂ ਉੱਪਰਲੀ ਹਵਾਵਾਂ ਜਾਂ ਸੰਚਾਰ ਚੱਕਰ ਨੂੰ ਜੈਟ ਸਟਰੀਮ ਕਹਿੰਦੇ ਆ। ਧਰਾਤਲ ਤੋਂ 3 ਕਿਲੋਮੀਟਰ ਉੱਪਰ ਜਿਹੜੀ ਹਵਾ ਚੱਲਦੀ ਹੈ ਨਾ ਉਸ ਨੂੰ ਅਸੀਂ ਕੀ ਕਹਿੰਦੇ ਆ, ਜੈਟ ਸਟਰੀਮ, ਯਾਦ ਰੱਖਿਓ। ਉਹ ਤੋਂ ਬਾਅਦ ਕੋਈ ਛੇਵਾਂ ਪ੍ਰਸ਼ਨ ਹੈਗਾ, ਮਾਨਸੂਨ ਤੋਂ ਕੀ ਭਾਵ ਹੈ, ਮਾਨਸੂਨ ਕੀ ਹੁੰਦਾ ਹੈ, ਮਾਨਸੂਨ ਜਿਹੜਾ ਹੈ ਵਰਡ ਹੈ ਤੋਂ ਭਾਵ ਕੀ ਹੁੰਦਾ। ਦੇਖੋ ਮਾਨਸੂਨ ਕੀ ਹੈ, ਅਰਬੀ ਭਾਸ਼ਾ ਹੈ, ਦੀ ਉਤਪਤੀ ਅਰਬੀ ਭਾਸ਼ਾ ਤੋਂ ਹੋਈ ਹੈ ਜਿਸ ਦਾ ਸ਼ਬਦ ਦੀ ਅਰਥ ਹੈ ਮੌਸਮ, ਓਬੀਅਸ ਮੌਸਮ ਹੈ। ਉਹ ਤੋਂ ਬਾਅਦ ਮੌਨਸੂਨ ਦਾ ਫਟਣਾ ਕੀ ਹੁੰਦਾ ਹੈ, ਮੋਸਟ ਇੰਪੋਰਟੈਂਟ ਫਿਰ ਕਿ ਮੌਨਸੂਨ ਦਾ ਫਟਣਾ ਕੀ ਹੁੰਦਾ ਹੈ। ਮੌਨਸੂਨ ਇੱਕ ਲੰਬਾ ਸਫ਼ਰ ਤੈਅ ਕਰਕੇ ਆਉਂਦੀ ਹੈ, ਠੀਕ ਹੈ, ਜੂਨ ਨੂੰ ਕੇਰਲਾ ਦੇ ਪੱਛਮੀ ਤੱਟ ਤੇ ਪੁੱਜਦੀਆਂ ਹਨ ਅਤੇ ਬਹੁਤ ਤੇਜ਼ ਵਰਖਾ ਕਰਦੀ ਹੈ, ਇਸ ਨੂੰ ਮੌਨਸੂਨ ਦਾ ਫਟਣਾ ਕਹਿੰਦੇ ਹਨ। ਕਿੰਨੀ ਨੌਲੇਜੇਬਲ ਗੱਲ ਹੈ ਨਾ। ਉਹ ਤੋਂ ਬਾਅਦ ਦੇਖੋ ਅੱਠਵਾਂ ਪ੍ਰਸ਼ਨ, ਲੂ ਤੋਂ ਤੁਹਾਡਾ ਕੀ ਭਾਵ ਹੈ। ਲੂ ਕੀ ਹੁੰਦਾ ਹੈ, ਗਰਮ ਰੁੱਤ ਵਿੱਚ ਘੱਟ ਦਬਾਅ ਦੇ ਖੇਤਰ ਵਿੱਚ ਪੈਦਾ ਹੋਣ ਵਾਲੀਆਂ ਧੂੜ ਭਰੀਆਂ ਹਨੇਰੀ ਨੂੰ ਲੂ ਕਿਹਾ ਜਾਂਦਾ ਹੈ। ਕਾਲ ਵਿਸਾਖੀ ਕੀ ਹੁੰਦਾ ਹੈ, ਦੇਖੋ ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਆ ਕਿ ਕਾਲ ਵਿਸਾਖੀ ਕੀ ਆ, ਪੱਛਮੀ ਬੰਗਾਲ ਵਿੱਚ ਚੱਲਣ ਵਾਲੀ ਤੂਫਾਨੀ ਚੱਕਰਵਾਤਾਂ ਨੂੰ ਕਾਲ ਵਿਸਾਖੀ ਕਿਹਾ ਜਾਂਦਾ ਹੈ। ਉਹ ਤੋਂ ਬਾਅਦ 10ਵਾਂ ਪ੍ਰਸ਼ਨ ਦੇਖੋ ਕੀ ਆ, 10ਵਾਂ ਪ੍ਰਸ਼ਨ ਹੈ, ਅੰਬਾਂ ਦੀ ਵਾਸ਼ਰਾਂ ਤੋਂ ਕੀ ਭਾਵ ਹੈ, ਬਹੁਤ ਇੰਪੋਰਟੈਂਟ ਕੁਐਸਚਨ, ਅੰਬਾਂ ਦੀ ਵਾਸ਼ਰਾਂ ਤੋਂ ਕੀ ਭਾਵ ਹੈ। ਸੋ ਦੇਖੋ ਗਰਮ ਰੁੱਤ ਦੇ ਅੰਤ ਵਿੱਚ ਕੇਰਲਾ ਤੇ ਕਰਨਾਟਕ ਵਿੱਚ ਹੋਣ ਵਾਲੀ ਪੂਰਬੀ ਮਾਨਸੂਨ ਵਰਖਾ ਅੰਬਾਂ ਦੀ ਫਸਲ ਲਈ ਬਹੁਤ ਲਾਭਦਾਇਕ ਹੈ। ਠੀਕ ਹੈ, ਇਸ ਲਈ ਇਸ ਨੂੰ ਕੀ ਕਿਹਾ ਜਾਂਦਾ ਹੈ, ਵਰਖਾ ਨੂੰ ਅੰਬਾਂ ਦੀ ਵਾਸ਼ਰ ਕਿਹਾ ਜਾਂਦਾ ਹੈ। ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਅੰਬਾਂ ਦੀ ਵਾਸ਼ਰ ਕਿਹੜੇ ਇਲਾਕੇ ਵਿੱਚ ਪਾਈ ਜਾਂਦੀ ਹੈ। ਠੀਕ ਹੈ, ਕੇਰਲਾ ਅਤੇ ਕਰਨਾਟਕ ਵਿੱਚ ਪਾਈ ਜਾਂਦੀ ਹੈ। ਉਹ ਤੋਂ ਮਾਨਸੂਨ ਤੋੜ ਕੀ ਹੁੰਦਾ ਹੈ, ਮਾਨਸੂਨੀ ਤੋੜ ਕੀ ਹੁੰਦੀ ਹੈ। ਦੇਖੋ ਵਰਖਾ ਰੁੱਤ ਵਿੱਚ ਮਾਨਸੂਨੀ ਪੌਣਾ ਵਿਚਕਾਰ ਖੁਸ਼ਕ ਅੰਤਰਾਲ ਨੂੰ ਮਾਨਸੂਨੀ ਤੋੜ ਕਿਹਾ ਜਾਂਦਾ ਹੈ। ਸੋ 12ਵਾਂ ਪ੍ਰਸ਼ਨ ਹੈਗਾ, ਦੇਸ਼ ਦੇ ਦੋ ਸਮ ਜਲਵਾਯੂ ਅਤੇ ਕਠੋਰ ਜਲਵਾਯੂ ਦੇ ਸਥਾਨਾਂ ਦੇ ਨਾਂ ਲਿਖੋ। ਠੀਕ ਹੈ, ਸਮ ਜਲਵਾਯੂ ਵਾਲੇ ਸਥਾਨ ਹੈ ਮੁੰਬਈ ਅਤੇ ਚੇਨਈ, ਜਦਕਿ ਕਠੋਰ ਜਲਵਾਯੂ ਵਾਲੇ ਸਥਾਨ ਕਿਹੜਾ ਹੈ, ਅੰਮ੍ਰਿਤਸਰ ਅਤੇ ਜੋਧਪੁਰ ਹੈ। ਓਕੇ, ਸੋ 13ਵਾਂ ਪ੍ਰਸ਼ਨ ਦੇਖੋ, ਦੇਸ਼ ਵਿੱਚ ਸਰਦੀਆਂ ਵਿੱਚ ਸਭ ਤੋਂ ਘੱਟ ਅਤੇ ਸਭ ਤੋਂ ਵੱਧ ਤਾਪਮਾਨ ਵਾਲੇ ਸਥਾਨਾਂ ਦਾ ਨਾਂ ਲਿਖੋ। ਦੇਖੋ ਸਭ ਤੋਂ ਘੱਟ ਜਿਹੜੀ ਤਾਪਮਾਨ ਹੁੰਦੀ ਹੈ ਨਾ, ਠੀਕ ਹੈ, ਸਭ ਤੋਂ ਘੱਟ ਤਾਪਮਾਨ ਮੁੰਬਈ ਅਤੇ ਚੇਨਈ, ਅਤੇ ਸਭ ਤੋਂ ਵੱਧ ਤਾਪਮਾਨ ਵਾਲੇ ਸਥਾਨ ਅੰਮ੍ਰਿਤਸਰ ਅਤੇ ਲੇਹ ਹੁੰਦਾ ਹੈ। ਮੁੰਬਈ ਵਿੱਚ ਸਭ ਤੋਂ ਘੱਟ ਤਾਪਮਾਨ ਹੁੰਦੀ ਹੈ, ਵਾਹ, ਨਹੀਂ ਹੋਣਾ ਚਾਹੀਦਾ ਨਾ ਇੱਦਾਂ। ਦੇਖੋ 14ਵਾਂ ਪ੍ਰਸ਼ਨ ਕੀ ਹੈ, ਦੇਸ਼ ਦੇ ਸਭ ਤੋਂ ਵੱਧ ਖੁਸ਼ਕ ਅਤੇ ਸਭ ਤੋਂ ਵੱਧ ਵਰਖਾ ਵਾਲੇ ਖੇਤਰਾਂ ਦਾ ਨਾਮ ਲਿਖੋ। ਠੀਕ ਹੈ, ਕਿੰਨਾ ਇੰਪੋਰਟੈਂਟ ਕੁਐਸਚਨ ਆ। ਦੇਖੋ ਖੁਸ਼ਕ ਸਥਾਨ ਜਿਹੜੇ ਆ ਲੇਹ ਅਤੇ ਜੋਧਪੁਰ ਹੈ, ਵਰਖਾ ਵਾਲੇ ਸਥਾਨ ਹੈ ਸ਼ਿਲਾਂਗ, ਮੁੰਬਈ, ਕੋਲਕਾਤਾ ਅਤੇ ਇਹ ਤਿਰੂਵਨੰਤਪੁਰਮ। ਠੀਕ ਹੈ, ਉਹ ਤੋਂ ਬਾਅਦ ਦੇਖੋ 15ਵਾਂ ਪ੍ਰਸ਼ਨ ਕੀ ਆ, ਐਲ ਨੀਲੋ ਸਮੁੰਦਰੀ ਧਾਰਾ ਕਿੱਥੇ ਵਹਿੰਦੀ ਹੈ। ਸੋ ਉੱਤਰ ਹੈਗਾ ਚੀਲੀ ਤੱਟ ਦੇ ਨੇੜੇ ਸ਼ਾਂਤ ਮਹਾਸਾਗਰ ਵਿੱਚ ਵਹਿੰਦੀ ਹੈ। 16ਵਾਂ ਪ੍ਰਸ਼ਨ ਹੈਗਾ, ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਦੇ ਨਾਂ ਲਿਖੋ। ਉੱਤਰ ਹੈਗਾ ਭਾਰਤ ਦੇ ਜਲਵਾਯੂ ਨੂੰ ਕੌਣ ਤੱਤ ਜਿਹੜੀ ਆ ਇਫੈਕਟ ਕਰਦੀ ਹੈ। ਠੀਕ ਹੈ, ਭੂ-ਮੱਧ ਰੇਖਾ ਤੋਂ ਦੂਰੀ, ਉਹ ਤੋਂ ਬਾਅਦ ਧਰਾਤਲ ਦਾ ਸਰੂਪ। 17ਵਾਂ ਪ੍ਰਸ਼ਨ ਦੇਖੋ, ਦੇਸ਼ ਵਿੱਚ ਗਰਮੀਆਂ ਵਿੱਚ ਸਭ ਤੋਂ ਠੰਡਾ ਤੇ ਗਰਮ ਸਥਾਨ ਦਾ ਵੇਰਵਾ ਲਿਖੋ। ਮੋਸਟ ਇੰਪੋਰਟੈਂਟ, ਜੇ ਤੁਸੀਂ ਛੁੱਟੀਆਂ ਤੇ ਜਾਣਾ ਹੋਵੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਸੋ ਦੇਸ਼ ਵਿੱਚ ਗਰਮੀਆਂ ਵਿੱਚ ਸਭ ਤੋਂ ਠੰਡਾ ਕਿਹੜਾ ਹੁੰਦਾ ਸਥਾਨ, ਦੇਖੋ ਦੇਸ਼ ਵਿੱਚ ਸਭ ਤੋਂ ਠੰਡਾ ਸਥਾਨ ਜਿਹੜੀ ਲੇਹ ਆ ਆਪਣਾ ਐਂਡ ਸ਼ਿਲਾਂਗ ਹੈ। ਉਸ ਤੋਂ ਬਾਅਦ ਗਰਮ ਸਥਾਨ ਸਭ ਤੋਂ ਕਿਹੜੀ ਆ, ਉੱਤਰ ਪੱਛਮੀ ਮੈਦਾਨ। ਓਕੇ, ਉਹ ਤੋਂ ਬਾਅਦ 18ਵਾਂ ਪ੍ਰਸ਼ਨ ਦੇਖੋ ਕਿ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮੌਨਸੂਨ ਪੌਣਾ ਕਿਹੜੇ ਸਥਾਨ ਤੇ ਆ ਕੇ ਮਿਲ ਜਾਂਦੀਆਂ ਹਨ।
ਠੀਕ ਹੈ, ਕਿਹੜੇ ਸਥਾਨ ਤੇ ਮਿਲ ਜਾਂਦੀਆਂ? ਪੰਜਾਬ ਅਤੇ ਹਿਮਾਚਲ ਪ੍ਰਦੇਸ਼ਾਂ ਵਿੱਚ ਆਪਸ ਵਿੱਚ ਮਿਲ ਜਾਂਦੀਆਂ ਹਨ। ਓਕੇ, ਸੋ ਦੇਖੋ 19ਵਾਂ ਪ੍ਰਸ਼ਨ ਕੀ ਆ? ਭਾਰਤੀ ਮਾਨਸੂਨ ਦੀ ਇੱਕ ਵਿਸ਼ੇਸ਼ਤਾ ਦੱਸੋ। ਕੀ ਵਿਸ਼ੇਸ਼ਤਾ ਹੈ? ਕਿ ਅਸਮਾਨ ਵੰਡ ਹੈ, ਜਦੋਂ ਮਰਜ਼ੀ ਹੋ ਜਾਂਦੀ ਹੈ, ਐਨ ਮਲੇਧਾਰ ਵਰਖਾ, ਮੋਹਲੇਧਾਰ ਵਰਖਾ, ਠੀਕ ਹੈ। ਸੋ 4th ਚੈਪਟਰ ਤੇ ਆਪਾਂ ਪਹੁੰਚ ਚੁੱਕੇ ਹਾਂ। ਵੈਰੀ ਗੁੱਡ, ਇਹ ਲਾਸਟ ਚੈਪਟਰ ਹੈ, ਇਸ ਆਪਣਾ ਜਿਹੜਾ ਭੂਗੋਲ ਹੈ ਇਹਦਾ ਲਾਸਟ ਚੈਪਟਰ ਹੈ ਕਿ ਕੁਦਰਤੀ ਬਨਸਪਤੀ, ਜੀਵ ਜੰਤੂ ਅਤੇ ਮਿੱਟੀਆਂ ਕਿੱਦਾਂ ਦੇ ਆ ਸਾਡੇ, ਠੀਕ ਹੈ। ਸੋ ਰੁੱਤ ਅਤੇ ਪਹਿਲਾ ਪ੍ਰਸ਼ਨ ਦੇਖੋ ਕੀ ਆ? ਰੁੱਖ ਅਤੇ ਪੌਦੇ ਕੀ ਬਣਾਉਂਦੇ ਹਨ? ਤੁਹਾਨੂੰ ਪਤਾ ਕੁਦਰਤੀ ਬਨਸਪਤੀ ਬਣਾਉਂਦੇ ਹਨ। ਓਕੇ, ਸੋ ਦੂਸਰਾ ਪ੍ਰਸ਼ਨ ਹੈ ਕਿੰਨੇ ਪ੍ਰਤੀਸ਼ਤ ਭੂਮੀ ਜੰਗਲ ਹੇਠ ਆਉਂਦੀ ਹੈ? ਮੋਸਟ ਇੰਪੋਰਟੈਂਟ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ, ਕਿੰਨੇ ਪ੍ਰਤੀਸ਼ਤ ਭੂਮੀ ਜੰਗਲ ਹੇਠ ਆਉਂਦੀ ਹੈ? 33%, ਯਾਦ ਰੱਖਿਓ 33%। ਅਥਵਾ ਥਰਡ ਪ੍ਰਸ਼ਨ ਹੈਗਾ ਕਾਜ਼ੀਰੰਗਾ ਨੈਸ਼ਨਲ ਪਾਰਕ ਕਿੱਥੇ ਸਥਿਤ ਹੈ? ਇੰਪੋਰਟੈਂਟ ਕੁਐਸਚਨ ਆ, ਆਸਾਮ ਵਿੱਚ। ਜਿਨ੍ਹਾਂ ਜੰਗਲਾਂ ਉੱਤੇ ਰਾਜ ਸਰਕਾਰ ਦਾ ਪੂਰਾ ਅਧਿਕਾਰ ਹੁੰਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਰਾਜਵਨ, ਯਾਦ ਰੱਖਿਓ ਜਿਨ੍ਹਾਂ ਜੰਗਲਾਂ ਉੱਤੇ, ਇਹ MCQs ਵਿੱਚ ਪੁੱਛਿਆ ਜਾ ਸਕਦਾ ਹੈ ਕਿ ਰਾਜ ਸਰਕਾਰ ਦਾ ਅਧਿਕਾਰ ਹੁੰਦਾ ਉਸਨੂੰ ਰਾਜਵਨ ਕਿਹਾ ਜਾਂਦਾ ਹੈ। ਰਾਜਵਨ, ਫਿਰ ਕੁਐਸਚਨ ਆ ਗਿਆ ਰਾਜਵਨ ਕਿਸ ਨੂੰ ਕਹਿੰਦੇ ਹਨ? ਜਿਨ੍ਹਾਂ ਦੇ ਉੱਤੇ ਰਾਜ ਸਰਕਾਰ ਦਾ ਅਧਿਕਾਰ ਹੁੰਦਾ ਹੈ। ਓਕੇ, 6ਵਾਂ ਪ੍ਰਸ਼ਨ ਹੈਗਾ ਚਮੜਾ ਰੰਗਣ ਲਈ ਕਿਹੜੇ ਦਰਖਤਾਂ ਦੀ ਸਹਾਇਤਾ ਲਈ ਜਾਂਦੀ ਹੈ? ਦੇਖੋ ਕਿੰਨੀ ਨੌਲੇਜੇਬਲ ਗੱਲ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਠੀਕ ਹੈ। ਸੋ ਮੈਂਗਰੋਵ, ਕੱਚ, ਹਰਰ ਉਹ ਤੋਂ ਬਾਅਦ ਬਰੇਹਾ, ਆਂਵਲਾ ਅਤੇ ਕਿੱਕਰ ਦੇ ਦਰਖਤਾਂ ਦਾ ਛਿਲਕੇ ਦੀ ਵਰਤੋਂ ਕੀਤੀ ਜਾਂਦੀ ਹੈ ਕਿਸ ਨੂੰ? ਚਮੜਾ ਰੰਗਣ ਲਈ। ਓਕੇ, ਸੋ 7ਵਾਂ ਪ੍ਰਸ਼ਨ ਹੈਗਾ ਸਾਡੇ ਦੇਸ਼ ਦੇ ਰਾਸ਼ਟਰੀ ਪਸ਼ੂ ਅਤੇ ਪੰਛੀ ਦਾ ਕੀ ਨਾਮ ਹੈ? ਠੀਕ ਹੈ, ਸੋ ਸਾਡੇ ਦੇਸ਼ ਦੇ ਰਾਸ਼ਟਰੀ ਪਸ਼ੂ ਸ਼ੇਰ ਹੈ ਅਤੇ ਰਾਸ਼ਟਰੀ ਪੰਛੀ ਮੋਰ ਹੈ, ਠੀਕ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੋਣਾ ਨਾ। ਸੋ ਬੰਗਾਲ ਦੀ ਦਹਿਸ਼ਤ ਕਿਸ ਬਨਸਪਤੀ ਨੂੰ ਕਿਹਾ ਜਾਂਦਾ ਹੈ? ਬੰਗਾਲ ਦੀ ਦਹਿਸ਼ਤ ਕਿਹਨੂੰ ਕਹੀ ਜਾਂਦੀ? ਜਲ ਹਾਈਆਸਿੰਥ, ਜਲ ਹਾਈਸਿੰਥ, ਹਾਈਆਸਿੰਥ ਹੈ ਨਾ, ਜਲ ਹਾਈਆਸਿੰਥ ਨਾਂ ਦਾ ਪੌਦਾ ਜਿਸਨੂੰ ਕਿ ਬੰਗਾਲ ਦੀ ਦਹਿਸ਼ਤ ਕਿਹਾ ਜਾਂਦਾ ਹੈ, ਹਾਈਆਸਿੰਥ। ਓਕੇ, ਉਹ ਤੋਂ ਬਾਅਦ 9th ਦੇਖੋ ਉਸ਼ਣ ਸਦਾਬਹਾਰ ਬਨਸਪਤੀ ਵਿੱਚ ਉੱਗਣ ਵਾਲੇ ਦਰਖਤਾਂ ਦੇ ਨਾਂ ਲਿਖੋ। ਓਹੋ, ਬਹੁਤ ਯਾਦ ਆ ਗਿਆ ਪੁਰਾਣੀ ਗੱਲ, ਜਦੋਂ ਅਸੀਂ ਉਸ਼ਣ ਸਦਾਬਹਾਰ ਬਨਸਪਤੀ ਬਾਰੇ ਪੜ੍ਹਿਆ ਸੀਗਾ। ਸੋ ਮਹੋਗਨੀ, ਬਾਂਸ, ਰਬਰ, ਨਾਰੀਅਲ, ਤਾਰ, ਬੈਂਤ ਅਤੇ ਅੰਬ ਜਿਹੜੇ ਦਰਖਤ ਹੈ ਉੱਥੇ ਪਾਏ ਜਾਂਦੇ ਆ, ਠੀਕ ਹੈ। ਸੋ ਜਵਾਰੀ ਬਨਸਪਤੀ ਦੇ ਦੂਸਰੇ ਨਾਂ ਕੀ ਹਨ? ਜਵਾਰੀ ਬਨਸਪਤੀ ਦਾ ਆਪਾਂ ਕਹਿੰਦੇ ਆ ਮੈਂਗਰੋਵ, ਦਲਦਲੀ, ਸਮੁੰਦਰੀ ਕਿਨਾਰੇ ਵਾਲੀ ਜਾਂ ਸੁੰਦਰਵਨ ਜਵਾਹਰੀ ਬਨਸਪਤੀ ਦੇ ਦੂਸਰੇ ਨਾਮ ਹਨ। ਸੋ ਮਿੱਟੀ ਦੀ ਪਰਿਭਾਸ਼ਾ ਦਿਓ, ਮਿੱਟੀ ਕੀ ਹੁੰਦੀ ਹੈ? ਧਰਤੀ ਤੇ ਮਿਲ ਕੇ ਹਲਕੇ, ਧਰਤੀ ਤੇ ਮਿਲਦੇ ਹਲਕੇ, ਢਿੱਲੇ, ਅਸੰਗਠਿਤ, ਚੱਟਾਨੀ ਚੂਰੇ ਅਤੇ ਬਾਰੀਕ ਜੀਵ ਅੰਸ਼ ਨੂੰ ਮਿੱਟੀ ਕਿਹਾ ਜਾਂਦਾ ਹੈ, ਠੀਕ ਹੈ। ਸੋ ਭੂਰ ਮਿੱਟੀ ਕਿੱਥੇ ਮਿਲਦੀ ਹੈ? ਠੀਕ ਹੈ, ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ ਵਿੱਚ ਭੂਰ ਮਿੱਟੀ ਮਿਲਦੀ ਹੈ, ਯਾਦ ਰੱਖਿਓ ਕੁਐਸਚਨ ਪੁੱਛਿਆ ਜਾ ਸਕਦਾ ਤੁਹਾਨੂੰ, ਠੀਕ ਹੈ। ਉਹ ਤੋਂ ਬਾਅਦ ਦੇਖੋ ਮਿੱਟੀ ਦੇ ਕਟਾਅ ਤੋਂ ਕੀ ਭਾਵ ਹੈ? ਮਿੱਟੀ ਦਾ ਕਟਾਅ ਤੁਹਾਨੂੰ ਪਤਾ ਹੈ ਕੀ ਹੁੰਦਾ ਹੈ ਕਿ ਮਿੱਟੀ ਦੀ ਉੱਪਰਲੀ ਜਿਹੜੀ ਪਰਤ ਨੂੰ ਹਟ ਜਾਵੇ ਜਾਂ ਹਟਾ ਦਿੱਤਾ ਜਾਵੇ ਉਸ ਨੂੰ ਮਿੱਟੀ ਦਾ ਦਬਾਅ ਜਾਂ ਕਟਾਅ ਕਿਹਾ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ 14ਵਾਂ ਪ੍ਰਸ਼ਨ ਸਾਡੇ ਦੇਸ਼ ਵਿੱਚ ਸੰਸਾਰ ਦੇ ਮੁਕਾਬਲੇ ਕਿੰਨੇ ਪ੍ਰਤੀਸ਼ਤ ਭੂਮੀ ਜੰਗਲਾਂ ਨਾਲ ਢਕੀ ਹੋਈ ਹੈ? ਸੋ ਸੰਸਾਰ ਵਿੱਚ 29.5% ਅਤੇ ਸਾਡੇ ਦੇਸ਼ ਵਿੱਚ ਭੂਮੀ ਦਾ ਸਿਰਫ 22.7% ਹਿੱਸਾ ਜੰਗਲਾਂ ਨਾਲ ਢਕਿਆ ਹੋਇਆ ਹੈ। ਕਿੰਨੇ? 22.7%, ਠੀਕ ਹੈ। 15ਵਾਂ ਪ੍ਰਸ਼ਨ ਦੇਖੋ ਦੇਸ਼ ਵਿੱਚ ਕਿਹੜੇ ਜੀਵਾਂ ਦੇ ਖਤਮ ਹੋਣ ਦਾ ਡਰ ਹੈ? ਸੋ ਜੇ ਦੇਸ਼ ਵਿੱਚ ਇਹ ਵੀ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ, ਕਿਹੜੇ ਆ? ਬਘਿਆੜ ਹੈ, ਗੈਂਡਾ ਹੈ, ਸੋਨ ਚਿੜੀ ਅਤੇ ਸ਼ੇਰ, ਹਨਾ। ਸੋ 16ਵਾਂ ਪ੍ਰਸ਼ਨ ਕੀ ਹੈ ਸਾਡਾ? ਚਾਹ ਵਾਲੀਆਂ ਮਿੱਟੀਆਂ ਦੇਸ਼ ਦੇ ਕਿਹੜੇ ਭਾਗਾਂ ਵਿੱਚ ਹੁੰਦੀਆਂ ਹਨ? ਸੋ ਚਾਹ ਵਾਲੀਆਂ ਮਿੱਟੀਆਂ ਕਿਹੜੇ ਦੇਸ਼? ਅਸਾਮ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਦਾਰਜਲਿੰਗ ਆਦਿ ਭਾਗਾਂ ਵਿੱਚ ਮਿਲਦੀਆਂ ਹਨ। 17ਵਾਂ ਪ੍ਰਸ਼ਨ ਕਿਹੜੇ ਦਰਖਤਾਂ ਤੋਂ ਸਿਹਤਵਰਧਕ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ? ਸੋ ਖੈਰ, ਸਿਨਕੋਨਾ, ਨੀਮ, ਝਾੜੀ, ਬੋਹਰ, ਆਂਵਲਾ ਆਦਿ ਦਰਖਤਾਂ ਤੋਂ ਬਣਦੀਆਂ ਹਨ, ਠੀਕ ਹੈ। 18ਵਾਂ ਪ੍ਰਸ਼ਨ ਭਾਰਤ ਦਾ ਪ੍ਰਤੀ ਵਿਅਕਤੀ ਜੰਗਲ ਖੇਤਰ ਵਿੱਚ ਰਾਸ਼ਟਰੀ ਪੱਧਰ ਤੇ ਕੀ ਸਥਾਨ ਹੈ? ਸੋ ਭਾਰਤ ਵਿੱਚ ਪ੍ਰਤੀ ਵਿਅਕਤੀ ਜੰਗਲ ਖੇਤਰ ਵਿੱਚ 0.14 ਹੈਕਟੇਅਰ ਹੈ, ਜੋ ਕਿ ਸੰਸਾਰ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਹੀ ਘੱਟ ਹੈ। ਓਹੋ, ਸੋ ਬੈਡ ਨਿਊਜ਼, ਠੀਕ ਹੈ। ਸੋ 19ਵਾਂ ਪ੍ਰਸ਼ਨ ਦੇਖੋ
ਹੈ ਨਾ। 19ਵਾਂ ਪ੍ਰਸ਼ਨ ਹੈਗਾ ਖੁਸ਼ਕ ਬਨਸਪਤੀ ਵਿੱਚ ਮਿਲਣ ਵਾਲੇ ਦਰਖਤਾਂ ਦੇ ਨਾਂ ਲਿਖੋ। ਖੁਸ਼ਕ ਬਨਸਪਤੀ ਵਿੱਚ ਕਿਹੜੇ ਕਿਹੜੇ ਹੁੰਦੇ ਆ? ਕਿੱਕਰ ਪਾਏ ਜਾਂਦੇ ਆ, ਫਲਾਹੀ, ਜੰਡ, ਨਿੰਮ ਅਤੇ ਬੋਹਰ ਪਾਏ ਜਾਂਦੇ ਆ। ਫਿਰ 20ਵਾਂ ਪ੍ਰਸ਼ਨ ਹੈਗਾ ਦੇਸ਼ ਵਿੱਚ ਸ਼ੇਰ ਕਿਹੜੇ ਸਥਾਨਾਂ 'ਤੇ ਵਧੇਰੇ ਮਿਲਦੇ ਹਨ? ਤੁਹਾਨੂੰ ਯਾਦ ਨੌਲੇਜੇਬਲ ਗੱਲ ਹੈ, ਯਾਦ ਮਤਲਬ ਪਤਾ ਹੋਣਾ ਚਾਹੀਦਾ ਕਿ ਦੇਸ਼ ਵਿੱਚ ਕਿਹੜੇ ਸਥਾਨਾਂ 'ਤੇ ਸ਼ੇਰ ਵਧੇਰੇ ਮਿਲਦਾ ਹੈ। ਤੁਹਾਨੂੰ ਪਤਾ ਹੈ ਦੇਸ਼ ਵਿੱਚ ਸ਼ੇਰ ਸੁੰਦਰਬਨ ਦੇ ਡੈਲਟੇ ਵਿੱਚ ਮਿਲਦੇ ਹਨ। ਸੁੰਦਰਬਨ ਕਦੇ ਜਾ ਕੇ ਆਇਓ, ਠੀਕ ਹੈ, ਮੈਂ ਤਾਂ ਗਿਆ ਨਹੀਂ, ਤੁਸੀਂ ਤਾਂ ਜਾਇਓ। ਉਹ ਤੋਂ ਬਾਅਦ 21ਵਾਂ ਪ੍ਰਸ਼ਨ ਦੇਖੋ ਦੇਸ਼ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜੰਗਲੀ ਖੇਤਰ ਕਿਸ ਰਾਜ ਦੇ ਸੰਘੀ ਖੇਤਰ ਵਿੱਚ ਮਿਲਦੇ ਹਨ? ਇਹ ਵੀ ਸੁਣਨ ਨੂੰ ਮਿਲੋ, ਹੁਣ ਜਾਣੋ ਕਿ ਤੁਹਾਡੇ ਦੇਸ਼ ਵਿੱਚ ਕੀ ਕੀ ਹੋ ਰਿਹਾ ਹੈ। ਸੋ ਸਭ ਤੋਂ ਵੱਧ ਜਿਹੜੀ ਜੰਗਲੀ ਖੇਤਰ ਹੈ ਰਾਜ ਤ੍ਰਿਪੁਰਾ ਹੈ, ਅਤੇ ਸੰਘੀ ਖੇਤਰ ਅੰਡੇਮਾਨ ਨਿਕੋਬਾਰ ਦੇ ਦੀਪ ਸਮੂਹ ਹੈ, ਅਤੇ ਸਭ ਤੋਂ ਘੱਟ ਜੰਗਲੀ ਰਾਜ ਕਿਹੜਾ ਹੈ? ਸਾਡਾ ਪੰਜਾਬ ਹੈ, ਜਿਹੜੇ ਕਿ 2.3 ਹੈ। ਵਾਓ। ਸੰਘੀ ਖੇਤਰ ਦਿੱਲੀ ਹੈ। ਯਾਰ ਇਹ ਕੀ ਹੋ ਕੀ ਰਿਹਾ ਹੈ? ਤੋਂ 22ਵਾਂ ਪ੍ਰਸ਼ਨ ਦੇਖੋ ਕਾਲੀ ਮਿੱਟੀ ਵਿੱਚ ਕਿਹੜੇ ਕਿਹੜੇ ਰਸਾਇਣਿਕ ਤੱਤ ਮਿਲਦੇ ਹਨ? ਕਾਲੀ ਮਿੱਟੀ ਵਿੱਚ ਲੋਹਾ, ਪੋਟਾਸ਼ੀਅਮ, ਐਲੂਮੀਨੀਅਮ, ਚੂਨਾ, ਮੈਗਨੀਸ਼ੀਅਮ ਪਾਏ ਜਾਂਦੇ ਹਨ। 23ਵਾਂ ਪ੍ਰਸ਼ਨ ਅਰਧ ਖੁਸ਼ਕ ਪਤਝੜੀ ਬਨਸਪਤੀ ਦਾ ਵਿਨਾਸ਼ ਕਿਹੜੇ ਤੱਤ ਕਰਕੇ ਕਿਹੜੇ ਕਿਹੜੇ ਤੱਤ ਕਰਦੇ ਹਨ? ਸੋ ਅਰਧ ਖੁਸ਼ਕੀ ਜਿਹੜੀ ਪਤਝੜੀ ਬਨਸਪਤੀ ਆ ਉਹਦਾ ਵਿਨਾਸ਼ ਕਿਹੜੇ ਕਿਹੜੇ ਤੱਤ ਕਰਦੇ ਆ? ਮੁੱਖ ਕਾਰਨ ਹੈਗਾ ਖੇਤੀ ਦਾ ਵਿਸਥਾਰ। ਹਾਂ ਠੀਕ ਹੈ, ਉੱਥੇ ਬਨਸਪਤੀ ਮਾਤਰਾ ਵਿੱਚ ਘੱਟ ਮਿਲਦੀ ਹੈ। ਖੇਤੀ ਦਾ ਵਿਸਥਾਰ ਹੈ ਜਿੱਥੇ ਖੇਤੀਯੋਗ ਭੂਮੀ ਮਿਲਦੀ ਹੈ। ਓਕੇ। ਸੋ 24ਵਾਂ ਪ੍ਰਸ਼ਨ ਹੈਗਾ ਪੂਰਬੀ ਹਿਮਾਲਿਆ ਵਿੱਚ 2500 ਮੀਟਰ ਤੋਂ ਵੱਧ ਉਚਾਈ 'ਤੇ ਮਿਲਣ ਵਾਲੇ ਦਰਖਤਾਂ ਦੇ ਨਾਂ ਲਿਖੋ। 2500 ਮੀਟਰ ਤੋਂ ਵੱਧ ਉਚਾਈ 'ਤੇ ਕਿਹੜੇ ਕਿਹੜੇ ਦਰਖਤ ਮਿਲਦੇ ਆ? ਮੁੱਖ ਤੌਰ 'ਤੇ ਮਿਲਦੇ ਆ ਸਿਲਵਰ ਫਰ, ਪਾਈਨ, ਸਪਰੂਸ, ਦੇਵਦਾਰ, ਨੀਲਾ ਪਾਈਨ ਆਦਿ ਮਿਲਦੇ ਹਨ, ਠੀਕ ਹੈ। ਸੋ ਫਾਈਨਲੀ ਤੁਸੀਂ ਭੂਗੋਲ ਜਿਹੜਾ ਸੀਗਾ ਸਿਲੇਬਸ ਉਹਦਾ ਕਵਰ ਕਰ ਚੁੱਕੇ ਹੋ। ਹੁਣ ਤੁਸੀਂ ਅਰਥ ਸ਼ਾਸਤਰ 'ਤੇ ਪਹੁੰਚ ਚੁੱਕੇ ਹੋ, ਠੀਕ ਹੈ। ਅਰਥ ਸ਼ਾਸਤਰ ਦੇ ਵੀ 2 ਹੀ ਚੈਪਟਰ ਹੈ, ਸਿਰਫ 2 ਚੈਪਟਰ, ਐਂਡ ਬਹੁਤ ਹੀ ਜਲਦੀ ਤੁਸੀਂ ਇਸ ਨੂੰ ਵੀ ਕਵਰ ਕਰ ਲਓਗੇ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਛੋਟਾ ਜਿਹਾ ਪਾਰਟ, ਛੋਟੇ ਛੋਟੇ ਪਾਰਟ ਬਣਾ ਦਿੰਦਾ ਹੈ, ਠੀਕ ਹੈ, ਤਾਂ ਕਿ ਤੁਸੀਂ ਬੋਰ ਨਾ ਹੋ ਐਨ ਆਪਣੇ ਈਜ਼ੀਲੀ ਕੰਪਲੀਟ ਕਰ ਲਓ ਸਿਲੇਬਸ ਨੂੰ, ਠੀਕ ਹੈ। ਸੋ ਨੈਕਸਟ ਵੀਡੀਓ ਦੀ ਵੇਟ ਕਰੋ, ਮਤਲਬ ਕਿ ਦੇਖੋ ਲਿੰਕ ਵਿੱਚ ਡਿਸਕ੍ਰਿਪਸ਼ਨ ਹੈ ਨਾ, ਡਿਸਕ੍ਰਿਪਸ਼ਨ ਵਿੱਚ ਲਿੰਕ ਹੈ ਡਿਸਕ੍ਰਿਪਸ਼ਨ ਲਿੰਕ ਹੈ ਐਂਡ ਸਾਹਮਣੇ ਤੁਹਾਨੂੰ ਸ਼ੋ ਹੋ ਰਹੀ ਹੋਣੀ ਹੈ, ਕਲਿੱਕ ਕਰੋ ਐਂਡ ਵੀਡੀਓ ਨੂੰ ਦੇਖੋ।